ਉਹ ਇੱਜ਼ਤ ਵੀ ਜਿਹੜੀ ਸੀ ਉਹ ਵੀ ਖਤਮ ਕਰ ਲਈ, ਆਪਣੇ ਪਿਓ ਦਾਦੇ ਦੀ ਵੀ ਇੱਜ਼ਤ ਖਰਾਬ ਕਰ ਦਿੱਤੀ। ਤੇ ਕੀ ਅੱਛਾ ਲੱਗ ਰਿਹਾ ਕਿ ਹੱਥ ਘੜੀ ਦੇ ਵਿੱਚ ਜਕੜਿਆ ਹੋਇਆ ਜਾਂ ਮੀਡੀਆ ਦੇ ਸਾਹਮਣੇ ਖੜਿਆ ਹੋਇਆ? ਨਿਕਾਹ ਕੀਤਾ ਸੀ ਸਰ ਜੀ ਉਹਦੇ ਨਾਲ। ਨਿਕਾਹ ਹੁੰਦਾ ਹੀ ਨਹੀਂ ਹੈ ਕਿ ਸ਼ਾਦੀशुदा ਔਰਤ ਹੈ, ਉਹਦਾ ਕਿਵੇਂ ਨਿਕਾਹ ਹੋਇਆ? ਆਪਣੇ ਬੱਚੇ ਨੇ, ਬੀਵੀ ਹੈ, ਬਲਾਦਰੀ ਹੈ, ਉਹਦੀ ਨਜ਼ਰਾਂ ਵਿੱਚ ਤੁਹਾਡੀ ਇੱਜ਼ਤ 'ਚ ਵਾਵਾ ਇਜ਼ਾਫਾ ਹੋ ਗਿਆ ਕਿ ਤੂੰ ਗੈਰ ਔਰਤ ਲੈ ਕੇ ਨੱਠ ਗਿਆ, ਆਪਣੇ ਬੱਚੇ ਛੱਡ ਕੇ। ਉਹਦਾ ਲਾਈਫ ਹੈ, ਉਹਨੂੰ ਨਹੀਂ ਗੁਜ਼ਾਰਿਆ, ਉਹਨੂੰ ਉਹ ਬੱਚਿਆਂ ਦੀ ਹਿਫਾਜ਼ਤ ਨਹੀਂ ਕੀਤੀ, ਉਸ ਬੱਚਿਆਂ ਦੀ ਇੱਜ਼ਤ नहीं महफूज की थी, एक गैर औरत की। बिस्मिल्लाहिर्रहमानिर्रहीम, अस्सलाम वालेकुम। मैं हूं शहबाज भट्टी और आप देख रहे हैं शहबाज भट्टी ऑफिशियल चैनल। नाज़रीन, हमारे साथ एक मुलज़म मौजूद है जिसने अपने ही दोस्त की बीवी के साथ नाजायज़ ताल्लुकात बनाए और उसे लेकर फिर फ़रार हो गया। और वो एक शादीशुदा औरत है और ये भी शादीशुदा है, मगर फिर भी आपको नाज़रीन पता है कि जो दोस्त होते हैं वो एक दूसरे का बाजू होते हैं, एक दूसरे की इज़्ज़त के रखवाले होते हैं। मगर ये जो शख्स है ये आपके सामने मौजूद है, ये एक मिसाल है दोस्तों के जो मुंह पर एक कालख है वो ये आपके सामने मौजूद है। इसी से जानते हैं कि इसने अपने दोस्त की बीवी को लेकर क्यों भागा और उसके साथ नाजायज़ ताल्लुकात थे, फिर उसका मर्डर कर दिया। इससे जानते हैं। जी, क्या नाम है? मोहम्मद रज़ा। कितनी एज है? 45 साल की 45। हथ घड़ी को फड़ के लैन के जी बुढ़ी तू मारी अच्छा, ਕਿਹੜੀ ਬੁੱਢੀ? ਜਿਹੜੀ ਮੈਂ ਸ਼ਾਦੀ ਕੀਤੀ ਜਿਹਨਾਂ ਦੂਸਰੀ। ਉਹ ਤੇ ਸ਼ਾਦੀशुदा ਸੀ, ਤੁਸੀਂ ਕਿੱਥੋਂ ਉਹਦੇ ਨਾਲ ਸ਼ਾਦੀ ਕਰ ਲਈ? ਸਰ ਜੀ ਉਹ 12 ਸਾਲ ਤੋਂ ਤਲਾਕਸ਼ੁਦਾ ਇਹਨਾਂ ਦੇ ਕੋਲ ਰਹਿ ਰਹੀ ਹੈਗੀ ਸੀ। ਇਹਨਾਂ ਦੇ ਮਾਪਿਓ ਨੇ ਬੀਬੀ ਦੇ ਨੇ ਤਲਾਕ ਲਈ ਹੈ ਦੁਬਾਰਾ। ਬੀਬੀ ਨੇ ਜਿਹੜੀ ਤਲਾਕ ਲਈ ਹੈ ਉਹਦੇ ਉਹ ਅਦਾਲਤ ਤੋਂ ਤਲਾਕ ਲਈ ਹੈ, ਕੋਈ ਸਬੂਤ, ਕੋਈ ਕਾਗਜ਼ਾਤ? ਮਾਪਿਓ ਕੋਲ ਹੈਗੀ ਆ ਸਿਆਲਕੋਟ। ਉਹ ਆਪਣੇ ਦੋਸਤ ਦੀ ਫਿਰ ਕਿਉਂ ਲੈ ਕੇ ਬੁੱਢੀ ਕਿਉਂ ਨੱਠ ਗਈ? ਨਹੀਂ ਹੈਗਾ ਸਰ ਜੀ ਇਹ। ਉਹ ਤਾਂ ਕਹਿੰਦੇ ਦਾ ਸਾਡਾ ਦੋਸਤ ਹੈ। ਕੋਈ ਨਹੀਂ ਸਰ ਜੀ, ਇੱਕ ਮਹੱਲੇ 'ਚ ਸਿਰਫ ਰਹਿੰਦੇ ਸਾਂ। ਮੇਰੀ ਬੁੱਢੀ ਦੀ ਇਹਦੀ ਜਿਹੜੀ ਬੀਵੀ ਮੇਰੀ ਫੌਤ ਹੋ ਗਈ, ਦੋਵੇਂ ਆਪਸ ਵਿੱਚ ਸਦਾਈ ਦੇ ਇਹ ਕਹਿੰਦੇ ਨੇ ਕਿ ਇਹ ਉਹਦਾ ਦੋਸਤ ਸੀ ਬੰਦਾ ਜਿਹੜੀ ਬੁੱਢੀ ਲੈ ਕੇ। ਸਰ ਜੀ ਮਹੱਲੇ 'ਚ ਜਾ ਕੇ ਕਾਨੂੰਨੀ 'ਚ ਪੁੱਛ ਲੈ, ਮੇਰਾ ਦੋਸਤ ਨਹੀਂ, ਮੈਂ ਤੈਨੂੰ ਜਾਣਦਾ ਹੀ ਨਹੀਂ ਹੈਗਾ। ਕਿਉਂ ਬੀਬੀ ਲੈ ਕੇ ਸ਼ਾਦੀशुदा ਨੱਠ ਗਏ ਤੁਸੀਂ? ਸਰ ਜੀ ਇਹ ਬੱਚੀਆਂ ਦੀ ਇੱਜ਼ਤ ਮਹਿਫੂਜ਼ ਕਰਨ ਵਾਸਤੇ ਸਰ ਜੀ। ਕਿਹੜੀਆਂ ਬੱਚੀਆਂ? ਜਿਹੜੀਆਂ ਮੇਰੀ ਐਸੇ ਬੀਵੀ ਦੀਆਂ ਬੱਚੀ ਸੀ, ਵੱਡੀ ਬੱਚੀ ਅਰੂਜ ਫਾਤਮਾ ਹੈ ਇੱਕ। ਜਿਹਦੇ ਨਾਲ ਜਿਹਨੂੰ ਲੈ ਕੇ ਗਏ ਸੀ? ਹਾਂਜੀ ਸਰ ਜੀ। ਕੋਈ ਬੱਚੇ ਹੈ? ਨਹੀਂ ਮੇਰੇ ਨਹੀਂ ਹੈ, ਪਹਿਲੇ ਹੀ ਬੱਚੇ ਨੇ ਮੀਆਂ ਦੇ। ਨਹੀਂ ਤੇ ਤੁਹਾਡੀ ਆਪਣੀ ਸ਼ਾਦੀ ਹੋਈ ਹੈ? ਹਾਂਜੀ ਹੋਈ ਹੈ ਸਰ ਜੀ। ਉਹਦੇ ਬੱਚੇ? ਉਹ 'ਚ ਵੀ 3 ਬੱਚੇ, 2 ਬੇਟੀਆਂ ਇੱਕ ਬੇਟਾ। ਨਹੀਂ ਤੇ ਤੁਸੀਂ ਆਪਣੀ ਜਿਹੜੀ ਆਪ ਸ਼ਾਦੀशुदा ਲਾਈਫ ਹੈ ਉਹਨੂੰ ਨਹੀਂ ਗੁਜ਼ਾਰਿਆ, ਉਹਨੂੰ ਉਹ ਬੱਚਿਆਂ ਦੀ ਹਿਫਾਜ਼ਤ ਨਹੀਂ ਕੀਤੀ, ਉਸ ਬੱਚਿਆਂ ਦੀ ਇੱਜ਼ਤ ਨਹੀਂ ਮਹਿਫੂਜ਼ ਕੀਤੀ, ਇੱਕ ਗੈਰ ਔਰਤ ਦੀ ਇੱਜ਼ਤ ਮਹਿਫੂਜ਼ ਕਰਨ ਕਿਉਂ ਨਿਕਲੇ ਭਾਈ ਅਸ਼ਰਫ? ਸਰ ਜੀ ਇਸ ਤੋਂ ਜੀ ਕਿ ਨਿਕਾਹ ਕੀਤਾ ਸੀ ਸਰ ਜੀ ਉਹਦਾ। ਨਿਕਾਹ ਹੁੰਦਾ ਹੀ ਨਹੀਂ ਹੈ ਕਿ ਸ਼ਾਦੀशुदा ਔਰਤ ਹੈ, ਉਹਦਾ ਕਿਵੇਂ ਨਿਕਾਹ ਹੋ? ਸਰ ਜੀ ਮੈਂ ਅੱਛਾ ਹੋਇਆ ਕਿ ਇਹ ਸਾਰੀ ਪਹਿਲਾਂ ਇਹ ਗੱਲ ਦੱਸੋ ਕਿਵੇਂ ਲੈ ਕੇ ਗਏ, ਕੀ ਹੋਇਆ? ਇਹ ਸਰ ਜੀ ਹੋਇਆ ਸੀ ਕਿ ਇਹਨਾਂ ਦੇ ਵੱਡਾ ਇੱਕ ਮੁੰਡਾ ਹੈ ਸਿਕੰਦਰ, ਜਿਹੜਾ ਕਹਿ ਰਿਹਾ ਮੇਰਾ ਦੋਸਤ ਨਹੀਂ, ਇਹਦਾ ਬੇਟਾ ਸਿਕੰਦਰ ਪਹਿਲੀ ਬੀਵੀ 'ਚੋਂ। ਉਹਨੇ ਤੇ ਉਹਦੇ ਪਹਿਲੇ ਛੋਟੇ ਬੱਚਾ ਹੈਗਾ ਆਲਮਦਾਰ, ਉਹਦੇ ਨਾਲ ਉਹਨੇ ਗਲਤ ਕੰਮ ਕੀਤਾ ਹੈ। ਕਿਹਨੇ ਕੀਤਾ? ਵੱਡੇ ਭਰਾ ਨੇ ਸਿਕੰਦਰ ਨੇ। ਇਹਦੇ ਭਰਾ ਨੇ? ਆਲਮਦਾਰ ਦੇ ਨੇ। ਇਹ ਜਿਹੜਾ ਉਹ ਬੀਬੀ ਦਾ ਬੰਦਾ ਹੈ ਉਹਦੇ ਭਰਾ? ਨਹੀਂ ਉਹਦੇ ਭਰਾ ਨੇ, ਉਹਦੇ ਬੇਟੇ ਨੇ। ਉਹਦਾ ਬੇਟਾ ਇੱਕ ਪਹਿਲੀ ਬੀਵੀ 'ਚੋਂ ਹੀ, ਉਹਦਾ ਨਾਮ ਹੈਗਾ ਸਿਕੰਦਰ। ਫਿਰ ਉਸ ਤੋਂ ਬਾਅਦ ਉਹਨੇ ਛੋਟੇ ਬੱਚੇ ਨਾਲ ਉਹਨੇ ਜ਼ਿਆਦਤੀ ਕੀਤੀ ਹੈ। ਉਹਨੇ ਇਹਨਾਂ ਨੂੰ ਬਥੇਰਾ ਕਿਹਾ ਕੋਈ ਹੈਗਾ ਕਿ ਇਹ ਵੇਖੋ ਜ਼ਿਆਦਤੀ ਕਰਦਾ ਪਿਆ, ਤੇ ਕਿਸੇ ਬੰਦੇ ਨੇ ਤੁਹਾਡਾ ਮੈਨੂੰ ਇਹ ਪਹਿਲਾਂ ਦੱਸੋ ਕਿ ਤੁਸੀਂ ਉਹ ਜਿਹੜੀ ਬੀਬੀ ਲੈ ਕੇ ਗਏ ਉਹ ਕਿਵੇਂ ਗਏ ਆ? ਉਹ ਬੀਬੀ ਨੇ ਮੇਰੇ ਨਾਲ ਨਿਕਾਹ ਕੀਤਾ ਸਰ ਜੀ। ਉਹਨੇ ਆਪ ਕਿਹਾ ਕਿ ਮੈਨੂੰ ਮੇਰੀ ਇੱਜ਼ਤ, ਬੱਚੀਆਂ ਦੀ ਮੁੰਡੇ ਨੂੰ ਹੱਥ ਪਾਤਾ ਇਹਨੇ, ਤੇ ਮੇਰੀ ਧੀ ਦੀ ਇੱਜ਼ਤ ਨੂੰ ਹੱਥ ਪਾਏਗਾ ਤੇ ਤੇਰੀ ਮਿਹਰਬਾਨੀ ਮੈਨੂੰ ਇੱਥੋਂ ਕੱਢ ਕੇ ਲੈ ਜਾ, ਮੇਰੇ ਨਾਲ ਨਿਕਾਹ ਕਰ ਲਾ, ਮੈਂ ਤੇਰੇ ਨਾਲ ਹੱਕ ਕਰਨਾ ਚਾਹੁੰਦੀ। ਮੈਂ ਅਦਾਲਤ 'ਤੇ ਚੜ੍ਹ ਕੇ ਦਫਾ 64 ਦੇ ਉਹਨੇ ਬਿਆਨ ਦਿੱਤੇ ਆ ਫਿਰੋਜ਼ ਵਾਲੇ ਕਚਹਿਰੀ। ਕਿੱਥੇ ਨੇ ਉਹ ਕਾਗਜ਼ ਜਿਹੜੀ ਉਹਨੇ ਪਹਿਲੀ ਤਲਾਕ ਲਈ, ਉਹ ਕਾਗਜ਼ ਕਿੱਥੇ ਨੇ? ਮੇਰੇ ਕੋਲ ਨਹੀਂ ਹੈਗੇ। ਫਿਰ ਤੁਸੀਂ ਕਿਵੇਂ ਕਹਿ ਸਕਦੇ? ਲੇਕਿਨ ਉਹਨੇ ਆਪਣੇ ਉੱਤੇ ਵਕੀਲ ਨੂੰ ਕਹਿ ਕੇ ਕਿਹਾ ਮੈਂ ਤਲਾਕਸ਼ੁਦਾ, ਮੇਰੇ ਮਾਪਿਓ ਕੋਲ ਤਲਾਕਸ਼ੁਦਾ, ਮੈਨੂੰ ਕਾਗਜ਼ ਨਹੀਂ ਕੋਈ ਵੀ ਦਿੰਦੇ ਹੈਗੇ, ਤੇ ਮੈਂ ਤਲਾਕਸ਼ੁਦਾ, ਤੁਸੀਂ ਲਿਖੋ ਮੈਂ ਖੁਦ। ਅੱਛਾ ਫਿਰ ਉਹਨੂੰ ਲੈ ਕੇ ਗਏ, ਫਿਰ ਉਹ ਤੋਂ ਫਿਰ ਅਸੀਂ ਸ਼ਾਦੀ ਕੀਤੀ ਹੈ, ਨਿਕਾਹ ਕੀਤਾ। ਅਸੀਂ ਕੋਈ 20 ਦਿਨ ਰਹੇ ਪਰ ਜਮੀਲ ਪਾਰਕ ਇੱਥੇ ਥਾਣੇ ਦੇ ਵਿੱਚ ਮੇਰਾ ਕਿਰਾਇਆਨਾਮਾ ਵੀ ਜਮ੍ਹਾਂ ਹੈ। ਜੇ ਮੈਨੂੰ ਕੋਈ ਡਰ ਹੁੰਦਾ ਤੇ ਅਸੀਂ ਇੱਥੇ ਜਮੀਲ ਪਾਰਕ ਕਿਉਂ ਰਹਿੰਦੇ, ਥਾਣੇ 'ਚ ਇੱਥੇ ਆਪਣਾ ਕਿਰਾਇਆਨਾਮਾ ਕਿਉਂ ਜਮ੍ਹਾਂ ਕਰਾਉਣਾ? ਉਹਨੂੰ ਲੈ ਕੇ ਚੱਲ ਗਏ, ਫਿਰ ਮਰਡਰ ਕਿਵੇਂ ਹੋਇਆ? ਮਰਡਰ ਹੋਇਆ, ਉਹਨੂੰ ਬੱਚਾ ਹੋਣ ਵਾਲਾ ਹੋ ਗਿਆ ਸੀ ਤੁਹਾਡੇ ਵੱਲੋਂ? ਹਾਂਜੀ ਸਰ ਜੀ। ਫਿਰ ਉਸ ਤੋਂ ਬਾਅਦ ਉਹਨੇ ਕਿਹਾ ਬੱਚਾ ਨਾਲ ਕੱਪੜੇ ਧੋਂਦੀ ਵੀ ਮਸ਼ੀਨ ਅਸੀਂ ਨਾ ਕਿਸੇ ਦੇ ਘਰੋਂ ਮੰਗ ਕੇ ਲਈ। ਉਹਨੇ ਕਿਹਾ ਮੈਨੂੰ ਕੱਪੜੇ ਵਾਵਾ ਹੋ ਗਏ, ਧੋ ਨਹੀਂ ਹੋਣੀ, ਮੈਂ ਤਬੀਅਤ ਨਹੀਂ ਠੀਕ ਹੈ, ਮਸ਼ੀਨ ਲਿਆ ਦੇ ਮੈਂ ਕੱਪੜੇ ਧੋ ਲਾਂ। ਉਹ ਕਿਤੇ ਤਿਲਕ ਹੀ ਫਰਸ਼ ਹੈਗਾ ਸੀਗਾ, ਉਹਦੇ ਪੇਟ ਨੂੰ ਸੱਟ ਲੱਗੀ, ਬੱਚਾ ਅੰਦਰ ਹੀ ਫੌਤ ਹੋ ਗਿਆ। ਉਹਨੇ ਕਿਹਾ ਬੱਚਾ ਹਰਕਤ ਨਹੀਂ ਕਰ ਰਿਹਾ, ਦੂਸਰਾ ਦੇਣਾ ਅੱਜ। ਤੇ ਮੈਂ ਕਿਹਾ ਹੁਣ ਕੀ ਕੀਤਾ ਜਾਏ? ਉਹਨੇ ਕਿਹਾ ਬੱਚਾ ਲੱਗਦਾ ਮੈਨੂੰ ਮੈਂ ਫੌਤ ਹੋ ਗਿਆ ਅੰਦਰ ਹੀ, ਤੇ ਤੂੰ ਨਾ ਮੈਨੂੰ ਇਸ ਤਰ੍ਹਾਂ ਕਰਕੇ ਲਿਆ ਕੇ ਦੇ ਜਵੈਣ ਤੇ ਛੁਹਾਰੇ। ਮੈਂ ਉਹਨੂੰ ਲਿਆ ਕੇ ਦਿੱਤੇ, ਉਹਦੀ ਵੱਡੀ ਬੇਟੀ ਨੇ ਉਹਨੂੰ ਕਾਵੜਾ ਕੂੜਾ ਬਣਾ ਕੇ ਦਿੱਤਾ, ਤੇ ਉਹਨੇ ਪੀਤਾ ਹੈ, ਤੇ ਰਾਤ ਬਲੀਡਿੰਗ ਚਾਲੂ ਹੋ ਗਈ। ਫਿਰ ਉਸ ਤੋਂ ਬਾਅਦ ਉਹ ਬੱਚਾ ਬਾਹਰ ਆ ਗਿਆ, ਜੋ ਵੀ ਸੀ ਹੈਗਾ। ਸਿਰਫ ਇਹ ਕਹਾਣੀ ਸੁਣਾ ਰਹੇ ਜੀ ਜਾਂ ਕੋਈ ਹਕੀਕਤ ਨਾ? ਮਮਨੀ ਹਕੀਕਤ ਹੈ। ਹਾਂਜੀ ਅਲਟਰਾਸਾਊਂਡ ਆਈ ਹੋਈ ਸਰ ਜੀ, ਉਹਦੀ ਅਲਟਰਾਸਾਊਂਡ ਆਈ ਹੈ। ਅੱਛਾ ਤੇ ਫਿਰ ਕਿਵੇਂ ਵਫਾਤ ਪਾਈ? ਉਸ ਤੋਂ ਬਾਅਦ ਸਰ ਜੀ ਉਹਨਾਂ ਨੂੰ ਹਸਪਤਾਲ ਹੈਗਾ ਜਨਰਲ ਹਸਪਤਾਲ ਆ ਫੈਸਲਾਬਾਦ, ਉੱਥੇ ਵੀ ਲੈ ਗਿਆ। ਜੁਮੇ ਦਾ ਦਿਨ ਸੀ, ਉਹਨਾਂ ਕਿਹਾ ਜੁਮੇ ਦੀ ਛੁੱਟੀ ਹੁੰਦੀ, ਤੂੰ 2 ਵਜੇ ਲੈ ਕੇ ਆ ਗਿਆ, ਭੱਜ ਇੱਥੋਂ ਲੈ ਕੇ। ਇਹ ਗੱਲ ਦੱਸੋ ਕਿ ਉਹ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਉਹ ਡਿਲੀਵਰੀ ਦੇ ਦੌਰਾਨ ਜਿਹੜੀ ਵਫਾਤ ਪਾਈ ਹੈ, ਇਹੀ ਕਹਿ ਰਹੇ?
ਨਹੀਂ, ਤੁਹਾਡਾ ਕਹਿਣ ਦਾ ਮਕਸਦ ਹੈ ਨਹੀਂ ਸਰ ਜੀ, ਉਹਨੂੰ ਅਸੀਂ ਹਸਪਤਾਲਾਂ ਹੀ ਲੈ ਕੇ ਭੱਜੇ, ਫਿਰ ਇੱਕ ਸਰਕਾਰੀ ਉਹ ਪ੍ਰਾਈਵੇਟ ਲੈ ਕੇ ਉਹਨਾਂ ਕਿਹਾ ਮੇਰੇ ਕੋਲ 10,000 ਮੰਗਿਆ, ਮੈਂ ਕਿਹਾ ਮੇਰੇ ਕੋਲ ਨਹੀਂ ਹੈ, ਉਹਨਾਂ ਕਿਹਾ 5,000 ਰੁਪਏ ਦੇ ਦੀ ਬੁੱਢੀ ਦੀ ਜਾਨ ਬਚਾ ਦੇਣੇ। ਮੈਂ ਘਰੋਂ ਟੇਬਲ ਪੱਖਾ ਵੇਚਿਆ ਆਪਣਾ, ਕੋਈ ਹੋਰ ਸਮਾਨ ਵੇਚ-ਵੂਚ ਕੇ ਉਹਨਾਂ ਨੂੰ 5,000 ਰੁਪਈਆ ਦਿੱਤਾ ਹੈ। ਉਹਨਾਂ ਕਿਹਾ ਅਸੀਂ ਇਹਦੇ ਅੰਦਰੋਂ ਜ਼ਹਿਰ ਤੇ ਕੱਢ ਛੜੀ ਬੱਚੀ ਜਿਹੜੀ ਇਹ ਕਿੰਨਾ ਤੁਸੀਂ ਇਸ ਤਰ੍ਹਾਂ ਕਰੋ, ਇਹਨੂੰ ਅੱਜ ਖੂਨ ਨਹੀਂ ਲੱਗ ਸਕਦਾ, ਕੱਲ ਖੂਨ ਲੱਗੇਗਾ, ਇਹਨੂੰ ਕੱਲ ਲਿਆਣਾ, ਇਹਨੂੰ ਰਕਸ਼ੇ ਹੀ ਪਾਓ ਤੇ ਆਪਣੇ ਘਰ ਲੈ ਜਾਓ। ਮੈਂ ਦੱਸੋ ਫੌਤ ਕਿਵੇਂ ਹੋਈ ਹੈ? ਫੌਤ ਇਸੇ ਤਰ੍ਹਾਂ ਹੀ ਹੋਈ ਹੈ ਸਰ, ਜਦੋਂ ਅਸੀਂ ਉਹਨੂੰ ਘਰ ਲੈ ਕੇ ਗਏ ਜਾਂਦਿਆਂ ਨੂੰ ਸਿਸਕੀਆਂ ਤੇ ਆ ਗਈ ਸੀ। ਫਿਰ ਤੁਹਾਨੂੰ ਹੱਥ ਘੜੀ ਕਿਉਂ ਲਾਈ ਜੀ? ਉਹ ਕੁਦਰਤੀ ਮੌਤ, ਅਗਰ ਉਹ ਬੀਬੀ ਵਫਾਤ ਪਾ ਗਈ ਫਿਰ ਤੁਹਾਨੂੰ ਕਿਉਂ? ਸਰ ਜੀ ਉਹ ਗੱਲ ਹੈ ਕਿ ਬੱਚੀ ਬਚਾਉਣ ਵਾਲਾ ਉਹਦੇ ਅੰਦਰ ਆਇਲ ਫਾਈਟਿੰਗ ਇਹ ਹੱਥ ਘੜੀ ਕਿਉਂ ਨਹੀਂ? ਇਹ ਕਹਿ ਰਹੇ ਨੇ ਕਿ ਮੈਂ ਮਾਰੀ ਹੈ। ਮੈਂ ਤਾਂ ਕਿਹਾ ਜਨਾਬ ਵਾਲਾ ਉੱਥੇ ਦਫਨਾਈ ਹੈ ਜਿੱਥੇ ਉਹਦੀ ਲਾਸ਼ ਪਟਾਈ ਹੈ, ਕੰਮ ਮੈਡੀਸਨ ਕੀ ਕਰਦੇ ਜੀ? ਸਰੀਏ ਦਾ ਕਰਦੇ ਸਰ ਜੀ, ਆਹ ਲੈਂਟਰ ਦਾ ਜਾਲ ਬੰਨਣਾ ਮੈਂ। ਮੈਂ ਹੁਣ ਕੁਛ ਸ਼ਰਮਿੰਦਗੀ ਹੋ ਰਹੀ ਹੈ, ਤੁਸੀਂ ਕਹਿ ਰਹੇ ਜੇ ਕਿ ਨਹੀਂ ਮੈਂ ਮੇਰਾ ਦਿਲ ਮੁੱਕਦੀ ਨੇ, ਕੀ ਕਹਿ ਰਹੇ? ਨਹੀਂ ਉਹ ਮਰ ਗਈ, ਉਹਦੇ ਵੱਲੋਂ ਤਾਂ ਮੈਂ ਬਹੁਤ ਸ਼ਰਮਿੰਦਾ ਹਾਂ ਕਿ ਅੱਲਾ ਮੀਆਂ ਮੇਰੇ ਨਾਲ ਕੀ ਹੋ ਗਿਆ ਹੈ। ਹਾਂ ਜਿੰਦੀ ਹੁੰਦੀ ਤੇ ਮੇਰੇ ਨਾਲ ਬਰਾਬਰ ਤੇ ਖਲੋਂਦੀ, ਇਹਨਾਂ ਦਾ ਸਾਹਮਣਾ ਕਰਦੀ ਉਹ ਜਦੋਂ ਸਾਡੇ ਸਾਹਮਣੇ ਆਉਂਦੇ। ਮੈਨੂੰ ਇਹ ਦੱਸੋ ਜਿਹੜੇ ਤੁਹਾਡੇ ਆਪਣੇ ਬੱਚੇ ਨੇ, ਬੀਵੀ ਏ, ਪਲਾਦਰੀ ਏ, ਉਹਦੀ ਨਜ਼ਰਾਂ ਵਿੱਚ ਤੁਹਾਡੀ ਇੱਜ਼ਤ 'ਚ ਵਾਵਾ ਇਜ਼ਾਫਾ ਹੋ ਗਿਆ ਕਿ ਤੂੰ ਗੈਰ ਔਰਤ ਲੈ ਕੇ ਨੱਠ ਗਿਆ, ਆਪਣੇ ਬੱਚੇ ਛੱਡ ਕੇ, ਇੱਜ਼ਤ 'ਚ ਇਜ਼ਾਫਾ ਹੀ ਹੋਇਆ ਹੁਣ? ਸਰ ਜੀ ਇਹਨਾਂ ਦੇ ਪਹੁੰਚਣ ਤੋਂ ਪਹਿਲੇ 2-3 ਦਿਨ ਪਹਿਲੇ ਮੇਰੇ ਬੱਚਿਆਂ ਨਾਲ ਗੱਲ ਹੋਈ, ਰੋਜ਼ ਹੁੰਦੀ, ਉਹ ਕਹਿੰਦੀ ਸੀ ਸਾਨੂੰ ਆਣ ਕੇ, ਮੇਰੀ ਬੁੱਢੀ ਕਹਿੰਦੀ ਬੱਚੀਆਂ ਦੋਵੇਂ ਲਾਇਆ, ਪੁੱਤਰ ਮੈਂ ਨਹੀਂ ਦੇਣਾ। ਜੇ ਤੁਹਾਡੀ ਆਪਣੀ ਬੀਵੀ ਏ, ਤੁਹਾਡੀ ਇੱਜ਼ਤ 'ਚ ਫਰਕ ਪਿਆ ਬਲਾਦਰੀ ਜੀ ਜਾਂ ਖੁਸ਼ੀ ਹੋਈ ਹੈ, ਕੀ ਮਿਲਿਆ ਇਹ ਦੱਸੋ? ਨਹੀਂ ਫਰਕ ਤੇ ਬੜਾ ਪਿਆ ਕਿ ਤੂੰ ਇਹ ਗਲਤ ਕੰਮ ਕਰਕੇ ਆਇਆ। ਲੇਕਿਨ ਮਜ਼ਦੂਰ, ਅਗਰ ਤੁਸੀਂ ਮਜ਼ਦੂਰ ਆਦਮੀ ਜੇ ਤਾਂ ਮਜ਼ਦੂਰ ਕੋਈ ਇੱਜ਼ਤ ਹੀ ਹੁੰਦੀ ਹੈ, ਕੀ ਆਪਣੀ ਉਹ ਇੱਜ਼ਤ ਵੀ ਜਿਹੜੀ ਸੀ ਉਹ ਵੀ ਖਤਮ ਕਰ ਲਈ, ਆਪਣੇ ਪਿਓ ਦਾਦੇ ਦੀ ਵੀ ਇੱਜ਼ਤ ਖਰਾਬ ਕਰ ਦਿੱਤੀ? ਤੇ ਕੀ ਅੱਛਾ ਲੱਗ ਰਿਹਾ ਕਿ ਹੱਥ ਘੜੀ ਦੇ ਵਿੱਚ ਜਕੜਿਆ ਹੋਇਆ ਜਾਂ ਮੀਡੀਆ ਦੇ ਸਾਹਮਣੇ ਖੜਿਆ ਹੋਇਆ, ਕੀ ਅੱਛਾ ਲੱਗ ਰਿਹਾ? ਨਹੀਂ ਅੱਛਾ ਨਹੀਂ ਲੱਗ ਰਿਹਾ ਸਰ ਜੀ। ਕੀ ਕਹਿਣਾ ਚਾਹੁੰਦੇ ਜੇ ਲੋਕਾਂ ਨੂੰ, ਮੈਸੇਜ ਕੀ ਦੇਣਾ ਚਾਹੁੰਦੇ ਜੇ ਕਿ ਇਹੋ ਜਿਹੇ ਗਲਤ ਤਾਲੁਕਾਤ ਤੋਂ ਬਚਣਾ ਚਾਹੀਦਾ ਜਾਂ ਬਣਾਉਣੇ ਚਾਹੀਦੇ? ਨਹੀਂ ਗਲਤ ਤਾਲੁਕਾਤ ਨਹੀਂ ਹੋਣੇ ਚਾਹੀਦੇ, ਲੇਕਿਨ ਜੋ ਉਸ ਬੀਬੀ ਨਾਲ ਗੁਜ਼ਰ ਰਹੀ ਸੀ ਨਾ, ਸ਼ਾਇਦ ਮੇਰੀ ਜਗ੍ਹਾ ਕੋਈ ਹੋਰ ਵੀ ਹੁੰਦਾ ਤਾਂ ਵੀ ਉਹੀ ਕੁਝ ਕਰਦਾ। ਤੁਸੀਂ ਦੁਨੀਆ ਦੇ ਇਕੱਲੇ ਹੀ ਬੰਦੇ ਸੀ, ਉਹਦੇ ਰਿਸ਼ਤੇਦਾਰ, ਉਹਨਾਂ ਦਾ ਸਾਰਾ ਕੁਝ, ਕਿ ਇੱਕ ਮਜ਼ਦੂਰ ਆਦਮੀ ਅਸ਼ਰਫ ਹੀ ਰਹਿ ਗਿਆ ਸੀ ਉਹਦੀ ਇੱਜ਼ਤ ਰਖਵਾਲੀ ਕਰਨ ਵਾਸਤੇ, ਉਹਦੀ ਇੱਜ਼ਤ ਕਰਨ ਵਾਸਤੇ। ਸਰ ਮੇਰੀ ਬੀਬੀ ਦੀ ਸਹੇਲੀ ਸੀ, ਮੇਰੇ ਘਰ ਆਂਦੀ ਸੀ, ਸਵੇਰ 5 ਵਜੇ ਕੰਮ ਤੇ ਨਿਕਲਦੀ, ਰਾਤ ਨੂੰ 7 ਵਜੇ ਵੜਦੀ ਸੀ ਉਹ ਵਿਚਾਰੀ ਘਰ ਨੂੰ। ਸਿਰਫ ਇਹਨਾਂ ਦੀ ਖਾਤਰ ਕਿਰਾਇਆ ਬਿੱਲ, ਜਿੱਥੇ ਇੱਥੇ ਮਕਾਨ 'ਚ ਰਹੀ ਜਾ ਕੇ ਪੁੱਛ ਲਓ, ਜੇ ਤੇ ਇਸ ਬੰਦੇ ਨੇ 1 ਦਿਨ ਦਾ ਕਿਰਾਇਆ ਜਾਂ 1 ਦਿਨ ਦਾ ਬਿੱਲ ਵੀ ਦਿੱਤਾ ਹੋਵੇ ਤੇ ਮੈਂ ਤਾਂ ਵੀ ਫਾਂਸੀ ਤੇ ਚੜਨ ਨੂੰ ਤਿਆਰ ਹੈਗਾ। आपने मुलज़म की बात सुनी जी। मुलज़म का यही कहना है कि मैंने उससे निकाह किया था, मगर हकीकत में जो मदई हैं या FIR है उसके बकौल कि ये शख्स ने नजायज़ तल्लुकात थे उसके साथ उस औरत के और इसने ही उसका मर्डर किया है। ये मदई और FIR जो बता रही है, इनका कहना है कि वो एक इज़्ज़तदार औरत थी और मैंने इसीलिए उससे शादी की है। उसकी वजह है कि जो उसके अपने घर वाले हैं या उसके कोई रिश्तेदार हैं वो उसकी इज़्ज़त ख़राब कर रहे हैं या उसके बच्चों की। तो नाज़रीन आपके सामने अपनी राय ज़रूर दीजिएगा। इसी के साथ अपने मेज़बान शहबाज भट्टी को जाती दीजिए। अल्लाह हाफ़िज़।